ਸੋ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ YouTube ਚੈਨਲ ਕਮਰਸ +2 ਟੌਪਰਸ ਉੱਪਰ। ਸੋ ਇਸ ਤੋਂ ਪਹਿਲਾਂ ਅਸੀਂ 2 ਪਾਰਟ ਕੰਪਲੀਟ ਕਰ ਚੁੱਕੇ ਹਾਂ। ਉਹਨਾਂ ਦਾ ਲਿੰਕ ਤੁਹਾਨੂੰ ਇਹ ਆਈ ਬਟਨ ਆ ਜਿਹੜਾ ਇਹ ਤੁਹਾਨੂੰ ਦਿਖਾਈ ਦੇ ਰਿਹਾ, ਇੱਥੇ ਕਲਿੱਕ ਕਰਕੇ ਤੁਸੀਂ ਪਿਛਲੀ ਵੀਡੀਓ ਨੂੰ ਵਿਜ਼ਿਟ ਕਰ ਸਕਦੇ ਹੋ। ਉਹ ਇੰਟਰੋਡਕਸ਼ਨ ਪਾਰਟ ਆ ਤੇ ਕਮਿਸ਼ਨ ਸੈਲਰੀ ਦੇ ਰਿਲੇਟਡ ਜਿਹੜੇ ਬਣਾਏ ਆ ਉਹ ਤੁਹਾਡੇ ਲਈ ਦੇਖਣੇ ਬਹੁਤ ਜ਼ਰੂਰੀ ਆ। ਤੇ ਅੱਜ ਅਸੀਂ ਡਿਸਕਸ ਕਰਾਂਗੇ ਇੰਟਰਸਟ ਔਨ ਪਾਰਟਨਰਸ ਡਰਾਇੰਗ। ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਆ, ਅਸੀਂ ਇਹਨੂੰ ਬਹੁਤ ਆਸਾਨੀ ਨਾਲ ਕਰਾਂਗੇ। ਪਹਿਲੀ ਗੱਲ ਤਾਂ ਇਹ ਹੈ ਕਿ ਡਰਾਇੰਗ ਕੀ ਹੁੰਦੀ ਹੈ, ਸਾਨੂੰ ਉਹ ਦੇਖਣਾ ਪੈਣਾ ਕਿ ਡਰਾਇੰਗ ਕਿਹੜੀ ਚੀਜ਼ ਨੂੰ ਕਹਿੰਦੇ ਆ। ਡਰਾਇੰਗ ਮੀਨਸ ਦਾ ਅਮਾਊਂਟ ਵਿਦਡਰਾਨ ਬਾਏ ਪਾਰਟਨਰਸ ਫॉर देयर ਪਰਸਨਲ ਯੂਜ਼। ਕਿਸੇ ਵੀ ਪਾਰਟਨਰ ਨੇ ਪੈਸੇ ਕਢਵਾ ਲਏ ਬਿਜ਼ਨਸ ਦੇ ਵਿੱਚੋਂ, ਉਹਨੂੰ ਕਿਹਾ ਜਾਂਦਾ ਵਾ ਡਰਾਇੰਗ। ਤੇ ਹੁਣ ਪੈਸੇ ਜਿਹੜੇ ਕਢਵਾਏ ਆ ਉਹਨੇ, ਜਿਹੜਾ ਵੀ ਉਹ ਰੁਪਈਆ ਲੈ ਕੇ ਆਇਆ ਸੀ ਉਹਨੇ ਕਢਵਾਇਆ, ਉਹ 2 ਤਰੀਕੇ ਨਾਲ ਕਢਵਾ ਸਕਦਾ। ਜਾਂ ਤਾਂ ਉਹ ਆਪਣਾ ਪ੍ਰੋਫਿਟ ਦੇ ਵਿੱਚੋਂ ਕਢਾ ਸਕਦਾ, ਜਿਹੜਾ ਪ੍ਰੋਫਿਟ ਹੋਣਾ ਵਾ, ਠੀਕ ਆ, ਤੇ ਜਾਂ ਫਿਰ ਉਹ ਕੈਪੀਟਲ ਦੇ ਵਿੱਚੋਂ ਕਢਵਾ ਸਕਦਾ, ਜਿਹੜਾ ਪੈਸਾ ਉਹ ਬਿਜ਼ਨਸ ਨੂੰ ਆਲਰੇਡੀ ਦੇ ਚੁੱਕੇ। ਇਹਦੇ ਵਿੱਚ ਅਸੀਂ ਥੋੜਾ ਜਿਹਾ ਪਹਿਲਾਂ ਇਹਨਾਂ ਦਾ ਡਿਫਰੈਂਸ ਰੀਡ ਆਊਟ ਕਰ ਲਈਏ ਕਿ ਦੋਨਾਂ ਵਿੱਚ ਡਿਫਰੈਂਸ ਕੀ ਆ। ਡਰਾਇੰਗ ਅਗੇਂਸਟ ਪ੍ਰੋਫਿਟ ਐਂਡ ਡਰਾਇੰਗ ਅਗੇਂਸਟ ਕੈਪੀਟਲ। ਸਭ ਤੋਂ ਪਹਿਲਾ ਪੁਆਇੰਟ ਆ ਕਿ ਵੇਅਰ ਡੈਬਟਡ, ਜਿਹੜੀ ਆ ਪ੍ਰੋਫਿਟ ਦੇ ਵਿੱਚੋਂ ਡਰਾਇੰਗ ਕੀਤੀ ਆ ਉਹ ਡਰਾਇੰਗ ਕਾਊਂਟਰ ਨੂੰ ਡੈਬਿਟ ਕੀਤੀ ਜਾਂਦੀ। ਜਿਹੜੀ ਕੈਪੀਟਲ ਦੇ ਵਿੱਚੋਂ, ਮਤਲਬ ਮੰਨ ਲਓ ਕੋਈ ਪਾਰਟਨਰ ਨੇ 10,000 ਰੁਪਏ ਬਿਜ਼ਨਸ ਨੂੰ ਦਿੱਤਾ ਤੇ ਬਾਅਦ ਵਿੱਚ ਉਹ 1,000 ਕਢਾ ਕੇ ਲੈ ਗਿਆ, ਤੇ ਇਹਦਾ ਮਤਲਬ ਉਹਦਾ ਬਿਜ਼ਨਸ ਦੇ ਵਿੱਚ ਪੈਸਾ ਘਟ ਗਿਆ, ਤਾਂ ਉਹ ਅਸੀਂ ਕੈਪੀਟਲ ਅਕਾਊਂਟ ਦੇ ਵਿੱਚੋਂ ਘਟਾਵਾਂਗੇ, ਮੀਨਸ ਡੈਬਿਟ ਕਰਾਂਗੇ। ਠੀਕ ਹੈ ਜੀ। ਪਾਰਟ ਕੀ ਆ, ਇਹ ਐਕਸਪੈਕਟਡ ਪ੍ਰੋਫਿਟ ਦਾ ਪਾਰਟ ਹੁੰਦਾ, ਇਹ ਕੈਪੀਟਲ ਦਾ ਪਾਰਟ ਆ। ਇਫੈਕਟ ਕੀ ਪੈਂਦਾ, ਇਹਦੇ ਨਾਲ ਕੈਪੀਟਲ ਘਟਦੀ ਨਹੀਂ, ਇਹਦੇ ਨਾਲ ਕੈਪੀਟਲ ਘਟਦੀ ਆ। ਇੰਟਰਸਟ ਔਨ ਡਰਾਇੰਗ ਕੰਸੀਡਰ ਕਰਨ ਲਈ ਇੰਟਰਸਟ ਨੂੰ ਡਰਾਇੰਗ ਅਗੇਂਸਟ ਪ੍ਰੋਫਿਟ ਹੀ ਲਿਆ ਜਾਂਦਾ ਵਾ। ਕੈਪੀਟਲ ਵਾਲਾ ਜਿਹੜਾ ਡਰਾਇੰਗ ਆ ਕੈਪੀਟਲ ਦੇ ਵਿੱਚੋਂ ਕਢਾ ਕੇ ਲੈ ਗਿਆ, ਉਹਨੂੰ ਇੰਟਰਸਟ ਔਨ ਡਰਾਇੰਗ ਲਈ ਕੰਸੀਡਰ ਨਹੀਂ ਕੀਤਾ ਜਾਂਦਾ। ਇੰਟਰਸਟ ਔਨ ਕੈਪੀਟਲ ਤੇ ਡਰਾਇੰਗ ਅਗੇਂਸਟ ਪ੍ਰੋਫਿਟ ਆ ਜਿਹੜਾ, ਇਹਨੂੰ ਕੰਸੀਡਰ ਨਹੀਂ ਕੀਤਾ ਜਾਂਦਾ ਫॉर ਇੰਟਰਸਟ ਔਨ ਕੈਪੀਟਲ। ਜਦੋਂ ਕਿ ਜਿਹੜੀ ਡਰਾਇੰਗ ਉਹਨੇ ਕੈਪੀਟਲ ਦੇ ਵਿੱਚੋਂ ਕੀਤੀ ਆ ਉਹਨੂੰ ਇੰਟਰਸਟ ਔਨ ਕੈਪੀਟਲ ਲਈ ਕੰਸੀਡਰ ਕੀਤਾ ਜਾਂਦਾ। ਮਤਲਬ ਫਿਰ ਉਹਦੀ ਕੈਪੀਟਲ ਘਟ ਜਾਊਗੀ ਤਾਂ ਜਿੰਨੀ ਕੈਪੀਟਲ ਉਹਦੀ ਰਹਿ ਜਾਊਗੀ ਉਹਦੇ ਉੱਪਰ ਉਹਨੂੰ ਇੰਟਰਸਟ ਦਿੱਤਾ ਜਾਊਗਾ। ਠੀਕ ਹੈ ਜੀ। ਤੇ ਨੈਕਸਟ ਅਸੀਂ ਦੇਖਦੇ ਹਾਂ ਕਿ ਜਿਹੜੀ ਡਰਾਇੰਗ ਆ ਉਹ 2 ਤਰ੍ਹਾਂ ਦੀ ਹੁੰਦੀ ਆ। ਇੱਕ ਤਾਂ ਹੁੰਦੀ ਆ ਇਰੈਗੂਲਰ ਡਰਾਇੰਗ, ਇੱਕ ਹੁੰਦੀ ਹੈ ਜੀ ਰੈਗੂਲਰ ਡਰਾਇੰਗ। ਹੁਣ ਇਰੈਗੂਲਰ ਡਰਾਇੰਗ ਕਿਹੜੀ ਆ, ਡਰਾਇੰਗ ਆਫ ਸੇਮ ਔਰ ਡਿਫਰੈਂਟ ਅਮਾਊਂਟ ਐਟ ਰੈਗੂਲਰ ਇੰਟਰਵਲਸ। ਇਰੈਗੂਲਰ ਇੰਟਰਵਲਸ ਮਤਲਬ ਕਿ ਉਹਨਾਂ ਦਾ ਕਲੀਅਰ ਨਹੀਂ ਲਿਖਿਆ ਹੁੰਦਾ, ਕਦੇ ਅੱਜ ਕਢਾ ਕੇ ਲੈ ਗਿਆ, ਕਦੇ ਪਰਸੋਂ ਨੂੰ ਲੈ ਗਿਆ, ਫਿਰ 2 ਦਿਨ ਬਾਅਦ ਲੈ ਗਿਆ। ਠੀਕ ਹੈ ਜੀ। ਮਤਲਬ ਕੀ ਆ, ਇਹਦਾ ਮੇਨ ਪੁਆਇੰਟ ਇਹੀ ਆ ਯਾਦ ਰੱਖਣ ਦਾ ਕਿ ਜਦੋਂ ਵੀ ਤੁਹਾਨੂੰ ਡਿਫਰੈਂਟ ਡੇਟਸ ਆਰ ਗਿਵਨ, ਜਦੋਂ ਵੀ ਅਲੱਗ-ਅਲੱਗ ਡੇਟਸ ਸਾਨੂੰ ਦਿੱਤੀਆਂ ਹੋਣ ਤਾਂ ਉੱਥੋਂ ਸਾਨੂੰ ਪਤਾ ਲੱਗ ਜਾਣਾ ਵਾ ਕਿ ਇਹ ਕਿਹੜੀ ਡਰਾਇੰਗ ਆ ਜੀ, ਇਰੈਗੂਲਰ ਡਰਾਇੰਗ। ਠੀਕ ਹੈ ਜੀ। ਆਹ ਯਾਦ ਰੱਖਣਾ ਤੁਸੀਂ, ਵੈਨ ਡਿਫਰੈਂਟ ਡੇਟਸ ਆਰ ਗਿਵਨ ਦੈਨ ਇਟ ਮੀਨਸ ਇਟ ਇਜ਼ ਅ ਇਰੈਗੂਲਰ ਟਾਈਪ ਆਫ ਡਰਾਇੰਗ। ਹੁਣ ਸਾਨੂੰ ਇਰੈਗੂਲਰ ਡਰਾਇੰਗ ਦਿੱਤੀ ਆ ਤੇ ਉਹਦੇ ਉੱਪਰ ਅਸੀਂ ਇੰਟਰਸਟ ਪਤਾ ਕਰਨਾ, ਤਾਂ ਸਾਨੂੰ ਪ੍ਰੋਡਕਟ ਮੈਥਡ ਅਪਲਾਈ ਕਰਨਾ ਪੈਣਾ। ਰੈਗੂਲਰ ਟਾਈਪ ਆਫ ਡਰਾਇੰਗ ਲਈ ਸਾਨੂੰ ਕਿਹੜਾ ਮੈਥਡ ਯੂਜ਼ ਕਰਨਾ ਪੈਣਾ, ਪ੍ਰੋਡਕਟ ਮੈਥਡ, ਅਗਰ ਅਸੀਂ ਇੰਟਰਸਟ ਔਨ ਡਰਾਇੰਗ ਦੀ ਅਮਾਊਂਟ ਕੈਲਕੂਲੇਟ ਕਰਨੀ ਆ। ਪਹਿਲਾ ਉਹਦੇ ਲਈ ਆਹ ਫਾਰਮੂਲਾ ਵਾ ਪ੍ਰੋਡਕਟ ਮੈਥਡ ਦਾ, ਇੰਟਰਸਟ ਔਨ ਡਰਾਇੰਗ ਇਜ਼ ਇਕੁਅਲ ਟੂ ਟੋਟਲ ਆਫ ਪ੍ਰੋਡਕਟ ਮਲਟੀਪਲਾਈ ਰੇਟ ਓਵਰ 100 ਮਲਟੀਪਲਾਈ 1/12। ਠੀਕ ਹੈ ਜੀ। ਐਵਰੇਜ ਲੈ ਲਈ 12 ਮੰਥ ਲਈ ਅਸੀਂ, ਟੋਟਲ ਡਰਾਇੰਗ ਕਰਕੇ ਵੀ ਸਾਲ ਦੇ ਵਿੱਚ ਅਲੱਗ-ਅਲੱਗ ਡੇਟਸ ਦੇ ਉੱਪਰ ਕਦੋਂ ਡਰਾਇੰਗ ਕੀਤੀ ਗਈ ਤੇ ਉਹਦਾ ਪ੍ਰੋਡਕਟ ਕਿੰਨਾ ਬਣਿਆ, ਫਿਰ ਉਹ ਰੇਟ ਨਾਲ ਤੇ ਉਹਨੂੰ 1/12 ਨਾਲ ਐਵਰੇਜ ਲੈ ਕੇ ਅਸੀਂ ਇੰਟਰਸਟ ਔਨ ਡਰਾਇੰਗ ਪਤਾ ਕਰ ਸਕਦੇ ਆ। ਇਹਦੀ ਅਸੀਂ ਇੱਕ ਐਗਜ਼ਾਮਪਲ ਦੇਖਦੇ ਹਾਂ ਤਾਂ ਕਿ ਤੁਹਾਨੂੰ ਹੋਰ ਕਲੀਅਰ ਹੋ ਜਾਵੇ। ਦੇਖੋ ਇਹ ਐਗਜ਼ਾਮਪਲ ਆ ਪ੍ਰੋਡਕਟ ਮੈਥਡ ਦੀ। ਕਹਿੰਦੇ ਇੰਟਰਸਟ ਔਨ ਕੈਪੀਟਲ 15% ਪਰ ਐਨਮ ਦਿੱਤਾ ਜਾਂਦਾ ਵਾ ਤੇ 31 ਮਾਰਚ 2019 ਨੂੰ ਸਾਡਾ ਅਕਾਊਂਟਿੰਗ ਈਅਰ ਕਲੋਜ਼ ਆ। ਦੇਖੋ ਤੁਹਾਨੂੰ ਇਦਾਂ ਦੀ ਸਟੇਟਮੈਂਟ ਦਿੱਤੀ ਹੋਊਗੀ, ਇੱਦਾਂ ਦੀ ਸਾਨੂੰ ਸਟੇਟਮੈਂਟ ਦਿੱਤੀ ਹੋਊਗੀ ਕਿ ਅਲੱਗ-ਅਲੱਗ ਡੇਟਸ ਦਿੱਤੀ ਹੋਈ ਹੈ ਨਾ, ਤਾਂ ਇੱਥੇ ਸਾਨੂੰ ਪਤਾ ਲੱਗ ਜੂ ਕਿ ਪ੍ਰੋਡਕਟ ਮੈਥਡ ਅਪਲਾਈ ਕਰਨਾ। ਹੁਣ ਹਾਊ ਵਿਲ ਵੀ ਸੋਲਵ ਇਟ, ਤਾਂ ਤੁਸੀਂ ਉਸੇ ਤਰ੍ਹਾਂ ਸਟੇਟਮੈਂਟ ਨੂੰ ਕਾਲਮ ਬਣਾ ਲੈਣੇ ਆ A-B। ਠੀਕ ਆ। ਜਿਸ ਤਰ੍ਹਾਂ ਸਾਨੂੰ ਰਕਮ ਦੇ ਵਿੱਚ ਇੱਧਰ ਡੇਟ ਦਿੱਤੀ ਸੀ ਉਹ ਡੇਟ ਲਿਖ ਦੇਣੀਆਂ ਨੇ, ਇੱਧਰ ਅਮਾਊਂਟ ਲਿਖ ਲੈਣੀ ਹੈ। ਠੀਕ ਹੈ ਜੀ। ਤਾਂ ਫਿਰ ਅਸੀਂ ਕੀ ਕਰਨਾ ਵਾ, ਜਿਹੜੀ ਡੇਟ ਨੂੰ ਡਰਾਇੰਗ ਕੀਤੀ ਆ ਉਸ ਡੇਟ ਤੋਂ ਸਟਾਰਟ ਹੋ ਕੇ ਐਟ ਦੀ ਐਂਡ, ਮੀਨਸ ਜਦੋਂ ਸਾਡਾ ਅਕਾਊਂਟਿੰਗ ਈਅਰ ਖਤਮ ਹੁੰਦਾ ਵਾ, ਜਿੱਦਾਂ ਇੱਥੇ 31 ਮਾਰਚ 2019 ਨੂੰ ਖਤਮ ਹੋ ਰਿਹਾ ਨਾ,
ਮਈ ਤੋਂ ਲੈ ਕੇ 31 ਮਾਰਚ ਤੱਕ ਮੰਥ ਗਿਣ ਲੈਣੇ ਨੇ ਵੀ ਕਿੰਨੇ ਨੇ, ਮੰਥ ਕਾਊਂਟ ਕਰ ਲੈਣੇ ਨੇ। ਜਿੱਦਾਂ ਪਹਿਲੀ ਡਰਾਇੰਗ ਲਈ 11 ਮੰਥ ਦਾ ਇੰਟਰਸਟ ਮਿਲੂਗਾ, ਦੂਸਰੀ ਡਰਾਇੰਗ ਦੇ ਉੱਪਰ 8 ਮੰਥ ਦਾ ਇੰਟਰਸਟ ਆ ਜਿਹੜਾ ਇਹ ਇੰਟਰਸਟ ਔਨ ਡਰਾਇੰਗ ਫਰਮ ਆ ਜਿਹੜੀ ਪਾਰਟਨਰਸ਼ਿਪ ਫਰਮ ਉਹ ਚਾਰਜ ਕਰਦੀ ਆ ਪਾਰਟਨਰ ਤੋਂ, ਕਿਉਂਕਿ ਪਾਰਟਨਰ ਤਾਂ ਪੈਸੇ ਕਢਾ ਕੇ ਲੈ ਗਏ ਤਾਂ ਕਰਕੇ ਪਾਰਟਨਰਸ਼ਿਪ ਫਰਮ ਨੇ ਪਾਰਟਨਰ ਤੋਂ ਇੰਟਰਸਟ ਲੈਣਾ। ਠੀਕ ਹੈ ਜੀ, ਆਹ ਕੀ ਬਣ ਗਿਆ ਇਹਨਾਂ ਦਾ, ਆਪਾਂ ਨੂੰ ਮੰਥ ਪਤਾ ਲੱਗ ਗਿਆ ਵੀ ਕਿਹੜੀ ਕਿਹੜੀ ਡਰਾਇੰਗ ਦੇ ਉੱਪਰ ਕਿੰਨੇ ਕਿੰਨੇ ਮੰਥ ਦਾ ਇੰਟਰਸਟ ਚਾਰਜ ਕਰਨਾ। ਠੀਕ ਹੈ ਜੀ, ਉਸ ਤੋਂ ਬਾਅਦ ਆਪਾਂ ਇਹਨਾਂ ਦਾ ਪ੍ਰੋਡਕਟ ਬਣਾਉਣਾ। ਪ੍ਰੋਡਕਟ ਕਿੱਦਾਂ, ABC ਆ ਗਿਆ, D ਕਾਲਮ ਆਇਆ, D ਕਾਲਮ ਦੇ ਵਿੱਚ ਜਿਹੜੀ ਅਮਾਊਂਟ ਕਿੱਦਾਂ ਹੋਊਗੀ P × C, ਇਹਨਾਂ ਨੂੰ ਮਲਟੀਪਲਾਈ ਕਰਕੇ ਅਸੀਂ ਇਹ ਪ੍ਰੋਡਕਟ ਬਣਾਉਣਾ। ਠੀਕ ਹੈ ਜੀ, ਆਹ ਪ੍ਰੋਡਕਟ ਦਾ ਟੋਟਲ ਆ। ਐਂਡ ਆਫਟਰ ਦੈਨ ਵੀ ਹੈਵ ਟੂ ਅਪਲਾਈ ਦੀ ਫਾਰਮੂਲਾ 86,000 ਮਲਟੀਪਲਾਈ ਆ ਰੇਟ ਮਲਟੀਪਲਾਈ 1/12। ਠੀਕ ਹੈ ਜੀ, 86,000 ਮਲਟੀਪਲਾਈ ਰੇਟ ਓਵਰ 100 ਮਲਟੀਪਲਾਈ 1/12 ਤਾਂ 1075 ਰੁਪਏ ਜਿਹੜਾ ਉਹ ਇੰਟਰਸਟ ਔਨ ਡਰਾਇੰਗ ਚਾਰਜ ਕਰੂ ਪਾਰਟਨਰਸ ਦੇ ਉੱਪਰੋਂ ਅੰਡਰ ਪ੍ਰੋਡਕਟ ਮੈਥਡ। ਠੀਕ ਹੈ ਜੀ, ਪ੍ਰੋਡਕਟ ਮੈਥਡ ਕਦੋਂ ਅਪਲਾਈ ਕਰਨਾ, ਜਦੋਂ ਸਾਨੂੰ ਡਿਫਰੈਂਟ ਡੇਟਸ ਆਰ ਗਿਵਨ, ਜਦੋਂ ਸਾਨੂੰ ਅਲੱਗ-ਅਲੱਗ ਡੇਟਸ ਦਿੱਤੀਆਂ ਹੋਣ ਕਿਸੇ ਵੀ ਡਰਾਇੰਗ ਦੀ। ਇਹ ਰੈਗੂਲਰ ਡਰਾਇੰਗ ਅਸੀਂ ਡਿਸਕਸ ਕਰ ਚੁੱਕੇ ਹਾਂ। ਨੈਕਸਟ ਆ ਗਿਆ ਸੈਕੰਡ ਰੈਗੂਲਰ ਡਰਾਇੰਗਸ। ਰੈਗੂਲਰ ਡਰਾਇੰਗ ਦਾ ਮਤਲਬ ਹੈਗਾ ਕਿ ਸੇਮ ਅਮਾਊਂਟ ਆ ਤੇ ਰੈਗੂਲਰ ਇੰਟਰਵਲ ਆ। ਮਤਲਬ ਕੀ ਆ ਕਿ ਉਹ ਰੈਗੂਲਰ ਟਾਈਮ ਪੀਰੀਅਡ ਦੇ ਅਕੋਰਡਿੰਗ ਪਾਰਟਨਰ ਡਰਾਇੰਗ ਕਢਵਾ ਰਹੇ ਨੇ ਤੇ ਅਮਾਊਂਟ ਵੀ ਸੇਮ ਰਹਿ ਰਹੀ ਆ। ਠੀਕ ਹੈ, ਮੰਨ ਲਓ ਕਿ ਇਹਦੇ ਵਿੱਚ ਆਹ ਚਾਰਟ ਆ, ਤੁਸੀਂ ਇਹਨੂੰ ਵੀਡੀਓ ਨੂੰ ਪਾਜ਼ ਕਰਕੇ ਸਕਰੀਨਸ਼ਾਟ ਲੈ ਸਕਦੇ ਹੋ। ਇਹ ਚਾਰਟ ਨੂੰ ਐਜ਼ ਇਟ ਇਜ਼ ਯਾਦ ਕਰ ਲਓ। ਇਹ ਚਾਰਟ ਬਣਦਾ ਕਿਵੇਂ ਆ ਆਪਾਂ ਉਹ ਵੀ ਡਿਸਕਸ ਕਰਾਂਗੇ। ਇਹਦੇ ਵਿੱਚ ਹੁਣ 3 ਕੇਸ ਆ ਜਾਂਦੇ ਨੇ ਵੀ ਜਾਂ ਤਾਂ ਉਹ ਕਹਿੰਦੇ 1 ਸਾਲ ਲਈ ਆ, ਜਾਂ 6 ਮਹੀਨੇ ਲਈ ਆ, ਜਾਂ ਫਿਰ ਕੁਆਟਰ। 1 ਸਾਲ ਦੇ ਵਿੱਚ 4 ਕੁਆਟਰ ਹੁੰਦੇ ਨੇ, 3 ਮਹੀਨਿਆਂ ਦਾ 1 ਕੁਆਟਰ ਆ। ਜਾਂ ਉਹ ਕਹਿਣਗੇ ਕਿ ਪਾਰਟਨਰ ਆ ਕੋਈ ਵੀ, ਉਹ ਹਰ ਮਹੀਨੇ ਦੇ ਪਹਿਲੇ ਦਿਨ ਕਢਾ ਰਿਹਾ ਵਾ। ਇਹਦੇ ਵਿੱਚ ਅਸੀਂ ਫਾਈਂਡ ਆਊਟ ਕਰਨਾ ਹੁੰਦਾ ਟਾਈਮ ਪੀਰੀਅਡ ਅਸੀਂ ਕਿੰਨਾ ਲਗਾਈਏ। ਠੀਕ ਹੈ, ਸੋ ਜਦੋਂ ਵੀ ਸਾਨੂੰ ਕੁਐਸਚਨ ਦੇ ਵਿੱਚ ਇਹ ਕਿਹਾ ਹੋਵੇ ਕਿ ਫਸਟ ਡੇ ਆਫ ਮੰਥ, ਠੀਕ ਹੈ, ਮਿਡਲ ਆਫ ਮੰਥ ਜਾਂ ਲਾਸਟ ਡੇ ਆਫ ਮੰਥ, ਤਾਂ ਉਦੋਂ ਸਾਨੂੰ ਫਾਈਂਡ ਆਊਟ ਕਰਨਾ ਪੈਣਾ ਜੀ ਐਵਰੇਜ ਪੀਰੀਅਡ। ਐਵਰੇਜ ਪੀਰੀਅਡ ਆ ਜਿਹੜਾ, ਅਗਰ ਤਾਂ 1 ਸਾਲ ਲਈ ਆ, ਹਰ ਕੋਈ ਵੀ ਪਾਰਟਨਰ ਆ ਪੂਰੇ 12 ਮਹੀਨੇ ਲਈ ਫਸਟ ਡੇ ਲਈ ਕਢਾਉਂਦਾ ਹਰ ਮੰਥ ਤੇ ਫਸਟ ਡੇ, ਤਾਂ ਉਹਦਾ ਐਵਰੇਜ ਪੀਰੀਅਡ ਆ ਜਿਹੜਾ ਉਹ 6.5/12। ਮਿਡਲ ਤੇ ਕਢਾਉਂਦਾ ਤਾਂ 6/12, ਅਗਰ ਲਾਸਟ ਤੇ ਕਢਾਉਂਦਾ ਤਾਂ 5.5/12। ਠੀਕ ਹੈ ਜੀ, ਸਿਮਿਲਰਲੀ ਅਗਰ ਹਾਫ ਈਅਰ ਆ ਮਤਲਬ 6 ਮੰਥ ਲਈ ਕਢਾਉਂਦਾ ਉਹ, ਤਾਂ ਆਹ ਜਿਹੜਾ ਵਾ ਐਵਰੇਜ ਪੀਰੀਅਡ ਇਹ ਯੂਜ਼ ਕਰਾਂਗੇ ਅਸੀਂ। ਅਗਰ ਉਹ ਕੁਆਟਰ ਲਈ ਕਢਾ ਰਿਹਾ ਕੋਈ ਵੀ ਪਾਰਟਨਰ, ਮੀਨਸ ਕੀ ਆ ਕਿ ਹਰ ਇੱਕ ਕੁਆਟਰ ਦੇ ਸ਼ੁਰੂ 'ਚ ਕਢਵਾ ਰਿਹਾ ਵਾ। ਅਗਰ ਮਿਡਲ ਤੇ ਕਢਾ ਰਿਹਾ ਵਾ ਤਾਂ 6/12। ਸਿਮਿਲਰਲੀ ਅਗਰ ਉਹ ਲਾਸਟ ਕਢਵਾ ਰਿਹਾ ਵਾ ਤਾਂ 4.5/12। ਠੀਕ ਹੈ ਜੀ, ਅਸੀਂ ਇਹ ਟਾਈਮ ਪੀਰੀਅਡ ਆ ਜਿਹੜਾ ਐਵਰੇਜ ਪੀਰੀਅਡ ਆ ਉਹ ਯੂਜ਼ ਕਰਾਂਗੇ। ਤੁਸੀਂ ਇਹਨਾਂ ਐਵਰੇਜ ਟਾਈਮ ਪੀਰੀਅਡ ਨੂੰ ਡਾਇਰੈਕਟਲੀ ਯਾਦ ਕਰ ਸਕਦੇ ਹੋ। ਇਹ ਬਣਦਾ ਕਿਵੇਂ ਉਹ ਵੀ ਆਪਾਂ ਡਿਸਕਸ ਕਰਾਂਗੇ ਤਾਂ ਕਿ ਤੁਸੀਂ ਐਗਜ਼ਾਮ ਦੇ ਵਿੱਚ ਤੁਹਾਡਾ ਟਾਈਮ ਆ ਜਿਹੜਾ ਉਹ ਇਹਦੇ ਲਈ ਜ਼ਿਆਦਾ ਵੇਸਟ ਨਾ ਹੋਵੇ। ਤੇ ਰੈਗੂਲਰ ਡਰਾਇੰਗ ਵਿੱਚ ਅਸੀਂ ਇਹ ਫਾਰਮੂਲਾ ਲਾਉਣਾ ਵਾ ਟੋਟਲ ਡਰਾਇੰਗ। ਦੇਖੋ ਇੱਥੇ ਗਲਤੀ ਹੋ ਜਾਂਦੀ ਆ, ਇੱਥੇ ਅਸੀਂ ਟੋਟਲ ਡਰਾਇੰਗ ਲੈਣੀ ਆ। ਮੰਨ ਲਓ ਉਹ 12 ਮਹੀਨਿਆਂ ਲਈ ਕੋਈ ਏ ਪਾਰਟਨਰ ਆ, ਉਹ ਹਰ ਮਹੀਨੇ 1000 ਕਢਾਉਂਦਾ ਵਾ ਫਸਟ ਮਹੀਨੇ ਦੇ ਫਸਟ ਡੇ ਨੂੰ। ਠੀਕ ਆ, ਤਾਂ ਸਾਲ ਉਹ ਦੇ ਵਿੱਚ 12 ਮਹੀਨੇ ਆ, ਤਾਂ ਉਹ ਸਾਲ ਲਈ ਉਹਨੇ ਕਿੰਨਾ ਕਢਵਾਇਆ, ਉਹ 12000। ਇੱਥੇ ਬੱਚੇ 1000 ਹੀ ਲਿਖ ਦਿੰਦੇ, ਇੱਥੇ ਟੋਟਲ ਡਰਾਇੰਗ ਲਿਖਣੀ ਆ। ਅਗਰ 6 ਮਹੀਨਿਆਂ ਲਈ ਕਢਾਉਂਦਾ ਤਾਂ 6 ਨਾਲ ਮਲਟੀਪਲਾਈ ਕਰਨਾ। ਤੇ ਮੋਸਟ ਇੰਪੋਰਟੈਂਟ ਅਗਰ ਉਹ ਕੁਆਟਰ ਲਈ ਕਢਾਉਂਦਾ ਤਾਂ ਕੁਆਟਰ 4 ਹੁੰਦੇ ਨੇ, ਤਾਂ ਅਸੀਂ 4 ਨਾਲ ਮਲਟੀਪਲਾਈ ਕਰਨਾ। ਠੀਕ ਹੈ ਜੀ, ਅਗਰ 12 ਮਹੀਨੇ ਤਾਂ 12 ਨਾਲ, ਅਗਰ 6 ਮਹੀਨੇ ਤਾਂ 6 ਨਾਲ, ਅਗਰ ਕੁਆਟਰ ਨੇ ਤਾਂ 4 ਨਾਲ, ਬਿਕੋਜ਼ ਦੇਰ ਆਰ ਓਨਲੀ 4 ਕੁਆਟਰ ਇਨ ਅ ਈਅਰ। ਠੀਕ ਹੈ ਜੀ, ਇੱਥੇ ਰੇਟ ਦਿੱਤਾ ਸਾਨੂੰ ਤੇ ਇੱਥੇ ਅਸੀਂ ਐਵਰੇਜ ਪੀਰੀਅਡ ਆ ਜਿਹੜਾ ਉੱਪਰ ਅਸੀਂ ਫਾਈਂਡ ਆਊਟ ਕੀਤਾ ਉਹ ਅਸੀਂ ਇੱਥੇ ਪੁੱਟ ਕਰ ਲੈਣਾ। ਹੁਣ ਅਸੀਂ ਦੇਖਾਂਗੇ ਕਿ ਐਵਰੇਜ ਪੀਰੀਅਡ ਆ ਜਿਹੜਾ ਫਾਈਂਡ ਆਊਟ ਕਿਵੇਂ ਕਰਨਾ। ਠੀਕ ਹੈ ਜੀ, ਐਵਰੇਜ ਪੀਰੀਅਡ ਫਾਈਂਡ ਆਊਟ ਕਰਨ ਦਾ ਫਾਰਮੂਲਾ ਵਾ ਕਿ ਮੰਥ ਲੈਫਟ ਆਫਟਰ ਫਸਟ ਡਰਾਇੰਗ ਪਲੱਸ ਮੰਥ ਲੈਫਟ ਆਫਟਰ ਲਾਸਟ ਡਰਾਇੰਗ। ਹੁਣ ਮੈਂ ਐਗਜ਼ਾਮਪਲ ਲੈ ਕੇ ਦਿਖਾਉਣਾ ਤੁਹਾਨੂੰ। ਮੰਨ ਲਓ 12 ਮੰਥ ਲਈ ਆ, ਠੀਕ ਆ, ਕੋਈ ਵੀ ਪਾਰਟਨਰ ਆ, ਮੰਨ ਲਓ ਪਾਰਟਨਰ ਏ ਆ ਕੋਈ, ਉਹਨੇ 1000 ਕਢਾਇਆ ਫਸਟ ਡੇ ਆਫ ਐਵਰੀ ਮੰਥ। ਠੀਕ ਹੈ ਜੀ, ਹਰ ਮਹੀਨੇ ਦੇ ਪਹਿਲੇ ਦਿਨ ਕਢਾਉਂਦਾ, ਤਾਂ ਇੱਥੇ ਆਪਾਂ ਮਹੀਨੇ ਲਿਖ ਲੈਣੇ ਆ 9 10 11 12। ਠੀਕ ਹੈ ਜੀ, ਪਹਿਲਾਂ ਉਹ ਇੱਥੇ ਕਢਾ ਲਿਆ ਉਹਨੇ ਪਹਿਲੇ ਦਿਨ, ਤਾਂ ਇਹ ਡਰਾਇੰਗ ਉਹਦੀ ਸਾਰਾ ਸਾਲ ਚੱਲੀ, ਮਤਲਬ 12 ਮਹੀਨੇ ਚੱਲੀ।
ਮੰਥ ਲੈਫਟ ਆਫਟਰ ਫਸਟ ਡਰਾਇੰਗ ਪਲੱਸ ਤੇ ਇੱਕੋ ਫਿਰ ਲਾਸਟ ਮੰਥ ਆ ਜਿਹੜਾ ਲਾਸਟ ਡਰਾਇੰਗ ਉਹਨੇ ਇੱਥੇ ਕੀਤੀ ਹੋਣੀ ਆ ਇਹਦੇ ਸ਼ੁਰੂ ਦੇ ਵਿੱਚ, ਤਾਂ ਇਹ ਡਰਾਇੰਗ ਉਹਦੇ ਕਿੰਨੀ ਮੰਥ ਯੂਜ਼ ਹੋਈ 1 ਮੰਥ। ਠੀਕ ਹੈ ਜੀ, ਓਵਰ 2 ਤਾਂ ਕਿੰਨਾ ਬਣ ਗਿਆ ਇਹ 13/2 ਇਜ਼ ਇਕੁਅਲ ਟੂ 6.5 ਜਿਹੜਾ ਕਿ ਅਸੀਂ ਪਹਿਲਾਂ ਹੀ ਲਿਖ ਚੁੱਕੇ ਹਾਂ ਇੱਧਰ ਕਿ 6.5 ਇਨ ਦੀ ਫਸਟ ਵਨ। ਠੀਕ ਹੈ, ਸਿਮਿਲਰਲੀ ਤੁਸੀਂ ਬਾਕੀ ਨੇ ਜਿਹੜੇ ਉਹਨਾਂ ਦਾ ਵੀ ਪਤਾ ਕਰ ਸਕਦੇ ਹੋ, ਪਰ ਕੁਆਟਰ ਵਾਈਜ਼ ਦੇ ਵਿੱਚ ਕਈ ਵਾਰ ਬੱਚਿਆਂ ਨੂੰ ਕਨਫਿਊਜ਼ਨ ਹੋ ਜਾਂਦੀ ਆ। ਕੁਆਟਰ ਵਾਈਜ਼ ਆ ਜਿਹੜਾ ਐਵਰੇਜ ਪੀਰੀਅਡ ਉਹ ਮੈਂ ਤੁਹਾਨੂੰ ਦੱਸ ਦੇਣਾ। ਦੇਖੋ ਕੁਆਟਰ ਸਾਡੇ ਕੋਲ ਬਣ ਗਏ ਫਸਟ, ਸੈਕੰਡ, ਥਰਡ ਐਂਡ ਫੋਰਥ। ਠੀਕ ਹੈ ਜੀ, ਇਹ 4 ਕੁਆਟਰ ਹੋ ਗਏ। ਹੁਣ ਅਗਰ ਪਹਿਲੇ ਕੁਆਟਰ ਦੇ ਪਹਿਲੇ ਦਿਨ ਮੈਂ ਕਢਵਾ ਰਿਹਾ, ਪਹਿਲੇ ਕੁਆਟਰ ਦੇ ਪਹਿਲੇ ਦਿਨ, ਤਾਂ ਇਹ ਕਿੰਨੇ ਮੰਥ ਯੂਜ਼ ਹੋ ਰਹੀ ਆ 12 ਮੰਥ। ਫਿਰ ਲਾਸਟ ਵਾਲੇ ਕੁਆਟਰ ਦੇ ਪਹਿਲੇ ਫਸਟ ਡੇ। ਠੀਕ ਹੈ ਜੀ, ਆਪਾਂ ਫਸਟ ਡੇ ਦੀ ਐਗਜ਼ਾਮਪਲ ਲੈ ਰਹੇ ਹਾਂ। ਇੱਕ ਤਾਂ ਪਹਿਲੇ ਕੁਆਟਰ ਦੇ ਪਹਿਲੇ ਦਿਨ ਤਾਂ 12 ਮਹੀਨੇ ਬਾਕੀ ਰਹਿ ਗਏ, ਕਿ ਲਾਸਟ ਕੁਆਟਰ ਦੇ ਪਹਿਲੇ ਦਿਨ ਤਾਂ ਪਿੱਛੇ ਕਿੰਨੇ ਰਹਿ ਗਏ 3 ਮਹੀਨੇ। ਠੀਕ ਹੈ ਜੀ, ਡਿਵਾਈਡ 2 ਤਾਂ ਇਹ ਕਿੰਨਾ ਬਣ ਗਿਆ ਸਾਡਾ 15/2 7.5। ਠੀਕ ਹੈ ਜੀ, ਤਾਂ ਇੱਦਾਂ ਤੁਸੀਂ ਬਾਕੀ ਕਰ ਲਓ। ਮੰਨ ਲਓ ਮਿਡਲ ਵਾਲਾ ਕੇਸ ਆ, ਕੁਆਟਰ ਵਿੱਚ ਪਹਿਲੇ ਕੁਆਟਰ ਦੇ ਮਿਡਲ ਵਿੱਚ ਕਢਵਾਏ ਤਾਂ ਇੱਥੇ 3 ਮਹੀਨੇ ਨੇ, ਤਾਂ ਇਹਦਾ ਮਤਲਬ 1.5 ਮਹੀਨਾ ਤਾਂ ਅੱਗੇ ਲੰਘ ਗਿਆ, ਇੱਥੇ 1.5 ਮਹੀਨਾ ਰਹਿ ਗਿਆ। ਪਿੱਛੇ ਸਾਡੇ ਕੋਲ ਕਿੰਨੇ ਮਹੀਨੇ ਰਹਿ ਗਏ 9 ਮਹੀਨੇ। 9 ਮੰਥ ਪਲੱਸ 1.5 ਮੰਥ ਤਾਂ 10.5 ਮਹੀਨੇ, ਪਲੱਸ ਲਾਸਟ ਵਾਲੇ ਕੁਆਟਰ ਦੇ ਵਿਚਕਾਰ ਕਢਵਾਇਆ ਤੇ ਇੱਥੇ ਵੀ 3 ਮਹੀਨੇ ਸੀ, ਤੇ ਵਿਚਕਾਰ ਕਢਵਾ ਲਿਆ ਤਾਂ ਪਿੱਛੇ ਕਿੰਨੇ ਮਹੀਨੇ ਰਹਿ ਗਏ 1.5। ਠੀਕ ਹੈ ਜੀ, ਡਿਵਾਈਡ 2 10.5 ਤੇ 1.5 ਕਿੰਨੇ ਹੋ ਗਏ 12, ਤਾਂ ਇਹ ਕਿੰਨੇ ਆ ਗਏ ਸਾਡੇ ਕੋਲ 6। ਠੀਕ ਹੈ ਜੀ, ਇੱਦਾਂ ਤੁਸੀਂ ਹਰ ਇੱਕ ਕੇਸ ਦੇ ਵਿੱਚ ਐਵਰੇਜ ਪੀਰੀਅਡ ਹੈ ਜਿਹੜਾ ਫਾਈਂਡ ਆਊਟ ਕਰ ਸਕਦੇ ਹੋ। ਅਦਰਵਾਈਜ਼ ਤੁਸੀਂ ਡਾਇਰੈਕਟਲੀ ਸਿੱਧਾ ਇਹ ਟੇਬਲ ਯਾਦ ਰੱਖੋ ਸੋ ਦੈਟ ਯੂ ਕੈਨ ਸੇਵ ਯੂਰ ਟਾਈਮਸ ਵਾਈਲ ਡਿਊਰਿੰਗ ਐਗਜ਼ਾਮ। ਸੋ ਅੱਗੇ ਆ ਗਿਆ ਸਾਡੇ ਕੋਲੇ ਥਰਡ ਕੇਸ ਆ ਜਿਹੜਾ ਕਿ ਇਫ ਡੇਟਸ ਆਫ ਵਿਦਡਰਾਲ ਇਜ਼ ਨਾਟ ਗਿਵਨ। ਪਹਿਲੇ ਕੇਸ ਦੇ ਵਿੱਚ ਸਾਨੂੰ ਇਹ ਸੀਗਾ ਕਿ ਅਲੱਗ-ਅਲੱਗ ਡੇਟਸ ਦਿੱਤੀਆਂ ਹੋਈਆਂ, ਦੂਸਰੇ ਕੇਸ ਦੇ ਵਿੱਚ ਸਾਨੂੰ ਇਹ ਸੀਗਾ ਕਿ ਡੇਟਸ ਦਾ ਇੰਟਰਵਲ ਸੇਮ ਆ। ਥਰਡ ਕੇਸ ਦੇ ਵਿੱਚ ਇਹ ਆ ਕਿ ਅਗਰ ਡੇਟਸ ਦਿੱਤੀਆਂ ਹੀ ਨਹੀਂ ਹੋਈਆਂ ਫਿਰ ਅਸੀਂ ਐਵਰੇਜ ਪੀਰੀਅਡ ਕਿੰਨਾ ਯੂਜ਼ ਕਰਨਾ। ਵੀ ਹੈਵ ਟੂ ਯੂਜ਼ 6/12, ਤਾਂ ਅਸੀਂ 6/12 ਐਵਰੇਜ ਟਾਈਮ ਯੂਜ਼ ਕਰਨਾ ਵਾ। ਠੀਕ ਹੈ ਜੀ, ਤੇ ਉਸ ਤੋਂ ਜ਼ਿਆਦਾ ਲਾਸਟ ਕੇਸ ਆ ਸਾਡਾ ਇਹ ਕਿ ਇਫ ਰੇਟ ਆਫ ਇੰਟਰਸਟ ਇਜ਼ ਗਿਵਨ ਵਿਦਾਊਟ ਵਰਡ ਪਰ ਐਨਮ। ਅਗਰ ਰੇਟ ਆਫ ਇੰਟਰਸਟ ਸਾਨੂੰ ਦਿੱਤਾ ਹੋਇਆ, ਮੰਨ ਲਓ ਲਿਖਿਆ 10%, 8%, ਪਰਸੈਂਟੇਜ ਲਿਖਿਆ ਆ, ਪਿੱਛੇ ਪਰ ਐਨਮ ਨਹੀਂ ਲਿਖਿਆ ਹੋਇਆ। ਠੀਕ ਹੈ ਜੀ, ਤਾਂ ਫਿਰ ਇੰਟਰਸਟ ਇਜ਼ ਚਾਰਜਡ ਵਿਦਾਊਟ ਕੰਸੀਡਰਿੰਗ ਦਾ ਟਾਈਮ ਪੀਰੀਅਡ। ਫਿਰ ਅਸੀਂ ਟਾਈਮ ਪੀਰੀਅਡ ਕੰਸੀਡਰ ਕੀਤੇ ਬਿਨਾ, ਮਤਲਬ ਉਹਦੇ ਉੱਤੇ ਕੋਈ ਵੀ ਐਵਰੇਜ ਪੀਰੀਅਡ ਆ ਜਿਹੜਾ ਉਹ ਅਪਲਾਈ ਨਹੀਂ ਕਰਨਾ, ਤਾਂ ਸਿੱਧਾ ਸਾਨੂੰ ਡਰਾਇੰਗ ਦੀ ਅਮਾਊਂਟ ਹੋ ਮਲਟੀਪਲਾਈ ਰੇਟ ਆਫ ਇੰਟਰਸਟ, ਉਹਦੇ ਨਾਲ ਸਿੱਧਾ ਹੀ ਸਾਨੂੰ ਇੰਟਰਸਟ ਔਨ ਡਰਾਇੰਗ ਦੀ ਅਮਾਊਂਟ ਪਤਾ ਲੱਗ ਜਾਣੀ। ਸੋ ਇਹ ਸੀਗਾ ਜੀ ਸਾਡਾ ਅੱਜ ਦਾ ਟੌਪਿਕ ਇੰਟਰਸਟ ਔਨ ਡਰਾਇੰਗ। ਉਮੀਦ ਆ ਕਿ ਤੁਹਾਨੂੰ ਸਮਝ ਲੱਗ ਗਿਆ ਹੋ। ਕੋਸ਼ਿਸ਼ ਕੀਤੀ ਹੈ ਕਿ ਬਿਲਕੁਲ ਆਸਾਨ ਤਰੀਕੇ ਨਾਲ ਤੁਹਾਡੇ ਤੱਕ ਇਹ ਇਨਫੋਰਮੇਸ਼ਨ ਆ ਜਿਹੜੀ ਉਹ ਪਹੁੰਚਾਈ ਜਾਵੇ। ਸੋ ਨੈਕਸਟ ਸਾਡੇ ਜਿਹੜੇ ਟੌਪਿਕ ਬੱਚੇ ਨੇ ਹੁਣ ਇੰਟਰਸਟ ਔਨ ਕੈਪੀਟਲ ਆ ਜੋ ਅਸੀਂ ਸਟਾਰਟ ਨੈਕਸਟ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਤੇ ਹੁਣ ਤੁਹਾਡੇ ਜਿੰਨੇ ਵੀ ਕੁਐਸਚਨ ਨੇ ਇੰਟਰਸਟ ਔਨ ਪਾਰਟਨਰਸ ਡਰਾਇੰਗ ਦੇ ਰਿਲੇਟਡ ਉਹ ਤੁਹਾਡੇ ਸਾਰੇ ਸੋਲਵ ਹੋ ਜਾਣਗੇ। ਅਗਰ ਤੁਹਾਨੂੰ ਕੋਈ ਵੀ ਕੁਐਸਚਨ ਨਹੀਂ ਸਮਝ ਲੱਗਦਾ ਪ੍ਰੈਕਟੀਕਲ ਤਾਂ ਤੁਸੀਂ ਵੀਡੀਓ ਦੇ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸ਼ੇਅਰ ਕਰ ਸਕਦੇ ਹੋ। ਥੈਂਕਸ ਫॉर ਵਾਚਿੰਗ।